जी आनू प्यारे विद्यार्थियों 10th क्लास की इंग्लिश की बुक इंग्लिश ग्रामर एंड कंपोजिशन चैप्टर 5 रिपोर्टेड स्पीच उस ਦੀਆਂ ਅਗਲੀ ਦੋ ਐਕਸਰਸਾਈਜ਼ਸ 5th ਐਂਡ 6th ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ। ਸੋ ਨੋਟਬੁੱਕ ਅਤੇ ਪੈਨ ਲੈ ਲਓ ਅਤੇ ਐਕਸਪਲੇਨੇਸ਼ਨ ਨੂੰ ਬੜੇ ਧਿਆਨ ਦੇ ਨਾਲ ਸੁਣੋ, ਪਰ ਬਾਅਦ ਵਿੱਚੋਂ ਐਕਸਰਸਾਈਜ਼ਸ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਜ਼ਰੂਰ ਕਰੋ। ਸੋ ਸ਼ੁਰੂ ਕਰੀਏ। So change the following sentences into the indirect form of narration. Exercise 5. ਸੋ ਪਹਿਲਾ ਹੈਗਾ I said to him, ਮੈਂ ਉਹਨੂੰ ਕਿਹਾ ਡੋਂਟ ਸਮੋਕ, ਅਰਥਾਤ ਸਿਗਰਟ ਬੀੜੀ ਨਾ ਪੀਓ। ਸੋ ਇਹਨੂੰ ਦੋ ਢੰਗ ਨਾਲ ਕਹਿ ਸਕਦੇ ਹਾਂ ਆਪਾਂ। I ordered him not to smoke, ਅਰਥਾਤ ਮੈਂ ਉਹਨੂੰ ਉੱਥੇ ਬਈ ਸਮੋਕਿੰਗ ਨਾ ਕਰਨ ਦਾ ਹੁਕਮ ਦਿੱਤਾ। ਜਾਂ I forbade him, forbid ਹੁੰਦਾ ਹੈ ਮਨਾ ਕਰਨਾ, forbade ਮਨਾ ਕੀਤਾ, ਸੈਕਿੰਡ ਫਾਰਮ ਆ ਗਈ। I forbade him from smoking, ਮੈਂ ਉਹਨੂੰ ਸਿਗਰਟ ਬੀੜੀ ਪੀਣ ਤੋਂ ਵਰਜਿਆ। ਠੀਕ ਹੈ, ਸੋ ਇਹ ਦੋ ਢੰਗ ਨਾਲ ਅਸੀਂ ਲਿਖ ਸਕਦੇ ਹਾਂ। ਦੂਜਾ ਸੈਂਟੈਂਸ ਹੈ ਦੀ ਟੀਚਰ ਸੈਡ ਟੂ ਦੀ ਬॉयਜ਼, ਅਧਿਆਪਕ ਨੇ ਮੁੰਡਿਆਂ ਨੂੰ ਕਿਹਾ ਡੂ ਨਾਟ ਮੇਕ ਅ ਨੋਇਜ਼, ਰੌਲਾ ਨਾ ਪਾਓ। ਸੋ ਦੀ ਟੀਚਰ ਆਰਡਰਡ, ਕਿਉਂਕਿ ਇਹ ਟੀਚਰ ਬੱਚਿਆਂ ਨੂੰ ਕਹਿ ਰਿਹਾ ਜੋ ਹੁਕਮ ਹੈ। ਸੋ ਦੀ ਟੀਚਰ ਆਰਡਰਡ ਦੀ ਬॉयਜ਼ ਨਾਟ ਟੂ ਮੇਕ ਅ ਨੋਇਜ਼। ਇਹ ਬੱਚੇ ਹੈਗੇ ਨੇ ਇੰਪੈਰੇਟਿਵ ਸੈਂਟੈਂਸਿਸ। ਇੰਪੈਰੇਟਿਵ ਸੈਂਟੈਂਸ ਦੇ ਵਿੱਚ ਜਾਂ ਹੁਕਮ ਕੀਤਾ ਜਾਂਦਾ ਹੈ, ਜਾਂ ਹਿਦਾਇਤ ਕੀਤੀ ਜਾਂਦੀ ਹੈ, ਜਾਂ ਕੋਈ ਬੇਨਤੀ ਕੀਤੀ ਜਾਂਦੀ ਹੈ। ਠੀਕ ਹੈ, ਸੋ ਜਿੱਥੇ ਹੁਕਮ ਕੀਤਾ ਜਾਂਦਾ ਅਸੀਂ ਆਰਡਰਡ ਕਹਿ ਦਿੰਦੇ ਹਾਂ। ਇਹ ਵੀ ਕਿਸਮ ਦਾ ਹੁਕਮ ਨਾਵਾਚਕ ਹੈਗਾ। ਆਰਡਰਡ ਹਿਮ ਨਾਟ ਟੂ ਸਮੋਕ ਤਾਂ ਫੋਰਬਿਡ ਹੁੰਦਾ ਵੀ ਹੁਕਮ ਦੇ ਕੇ ਮਨਾ ਕਰਨਾ, ਸੋ ਫੋਰਬਿਡ ਕਰ ਦਿੱਤਾ ਆਪਾਂ। ਸੋ ਦੋ ਢੰਗ ਨਾਲ ਲਿਖ ਸਕਦੇ ਹਾਂ। ਇੱਥੇ ਫੋਰਬਿਡ ਲਿਖਿਆ ਤੇ ਇੱਥੇ ਫਿਰ ਨਾਟ ਨਹੀਂ ਆਏਗਾ, ਕਿਉਂਕਿ ਫੋਰਬਿਡ ਦਾ ਮਤਲਬ ਹੀ ਹੁੰਦਾ ਹੈ ਕਿਸੇ ਚੀਜ਼ ਦੇ ਕਰਨ ਤੋਂ ਮਨਾ ਕਰਨਾ। ਠੀਕ ਹੈ, ਸੋ ਉਹ ਹੁਕਮ ਨਾਵਾਚਕ ਹੁੰਦਾ ਹੈ। ਸੋ ਆਰਡਰਡ ਹਿਮ ਨਾਟ ਟੂ ਸਮੋਕ ਵੀ ਕਹਿ ਸਕਦੇ ਹਾਂ, forbid him from smoking ਕਹਿ ਸਕਦੇ ਹਾਂ। ਠੀਕ ਹੈ, ਸੋ ਦੀ ਟੀਚਰ ਆਰਡਰਡ ਦੀ ਬॉयਜ਼ ਨਾਟ ਟੂ ਮੇਕ ਅ ਨੋਇਜ਼, ਡੂ ਨਾਟ ਮੇਕ ਅ, ਰੌਲਾ ਨਾ ਪਾਓ, ਅਰਥਾਤ ਅਧਿਆਪਕ ਨੇ ਮੁੰਡਿਆਂ ਨੂੰ ਰੌਲਾ ਨਾ ਪਾਉਣ ਦਾ ਹੁਕਮ ਦਿੱਤਾ। ਦੀ ਹੇਅਰ ਸੈਡ ਟੂ ਦੀ ਟੋਰਟੋਇਜ਼, ਹੇਅਰ ਮੈਨੇ ਸ਼ਾਹ, ਟੋਰਟੋਇਜ਼ ਮੈਨੇ ਕੱਛੂ ਕੁਮਾ। ਸੋ ਦੀ ਹੇਅਰ ਸੈਡ ਟੂ ਦੀ ਟੋਰਟੋਇਜ਼, ਅਰਥਾਤ ਸ਼ਹੇ ਨੇ ਖਰਗੋਸ਼ ਨੇ ਕੱਛੂ ਕੁਮੇ ਨੂੰ ਕਿਹਾ ਲੈਟ ਅਸ ਰਨ ਅ ਰੇਸ, ਆ ਦੌੜ ਲਾਈਏ। ਸੋ ਇੱਥੇ ਪ੍ਰਸਤਾਵ ਹੈਗਾ, ਇੱਕ ਵਿਚਾਰ ਹੈਗਾ। ਠੀਕ ਹੈ ਨਾ। ਸੋ ਦੀ ਹੇਅਰ ਪ੍ਰਪੋਜ਼ਡ ਟੂ ਦੀ ਟੋਰਟੋਇਜ਼, ਅਰਥਾਤ ਸ਼ਹੇ ਨੇ ਕੱਛੂ ਕੰਮੇ ਅੱਗੇ ਇਹ ਪ੍ਰਸਤਾਵ ਰੱਖਿਆ, ਇਹ ਵਿਚਾਰ ਰੱਖਿਆ ਦੈਟ, ਲੈਟ ਹਟ ਜਾਏਗਾ, ਦੇ ਸ਼ੁੱਡ ਰਨ ਆ ਰੇਸ, ਕਿ ਉਹਨਾਂ ਨੂੰ ਦੌੜ ਲਾਣੀ ਚਾਹੀਦੀ ਹੈ। ਠੀਕ ਹੈ, ਲੈਟ ਅਸ ਰਨ ਆ ਰੇਸ ਦਾ ਮਤਲਬ ਆਓ ਅਸੀਂ ਦੌੜ ਲਾਈਏ। ਸੋ ਇਹ ਇਨਵਰਟਡ ਕੋਮਾ ਹਟਾ ਦਾਂਗੇ ਤਾਂ ਜਦੋਂ ਲੈਟ ਹੋਵੇ ਤੇ ਉਹਨੂੰ ਬੱਚੇ ਇੱਦਾਂ ਕਰ ਦਿੱਤਾ ਫਿਰ ਸ਼ੁੱਡ ਲੱਗ ਜਾਂਦਾ ਹੈ, ਤੇ ਇੱਥੇ ਪ੍ਰਪੋਜ਼ਡ ਜਾਂ ਸੁਜੈਸਟਡ ਲੱਗ ਜਾਂਦਾ ਹੈ। ਠੀਕ ਹੈ, ਫਿਰ ਆ ਗਿਆ ਹੀ ਸੈਡ ਟੂ ਮੀ, ਉਹਨੇ ਮੈਨੂੰ ਕਿਹਾ ਗੋ ਟੂ ਦੀ ਰੇਲਵੇ ਸਟੇਸ਼ਨ। ਇੱਕ ਇਹਦਾ ਹੁਕਮ ਵੀ ਹੈਗਾ ਜਾਂ ਇਹਨੂੰ ਹਿਦਾਇਤ ਵੀ ਕਹਿ ਸਕਦੇ ਹਾਂ। ਸੋ ਹੀ ਆਰਡਰਡ ਮੀ ਟੂ ਗੋ ਟੂ ਦੀ ਰੇਲਵੇ ਸਟੇਸ਼ਨ, ਜਾਂ ਅਸੀਂ ਇਹ ਵੀ ਕਹਿ ਸਕਦੇ ਹਾਂ ਹੀ ਇੰਸਟਰਕਟਡ ਮੀ ਟੂ ਗੋ ਟੂ ਦੀ ਰੇਲਵੇ ਸਟੇਸ਼ਨ। ਹੁਕਮ ਵੀ ਹੈ, ਇੰਸਟਰਕਟਡ ਤੇ ਥੋੜਾ ਐਵੇਂ ਕਿ ਹਿਦਾਇਤ ਹੈਗੀ ਹੈ, ਮਤਲਬ ਕਿ ਇੱਕ ਹਿਦਾਇਤ ਦਿੱਤੀ ਵੀ ਜਾਗੁਨ ਰੇਲਵੇ ਸਟੇਸ਼ਨ ਜਾ, ਜਾਂ ਹੁਕਮ ਵੀ ਹੈ, ਦੋਨੋਂ ਚੋਂ ਅਸੀਂ ਕੋਈ ਵੀ ਵਰਤ ਸਕਦੇ ਹਾਂ। ਠੀਕ ਹੈ, ਮਾਈ ਫਾਦਰ ਸੈਡ ਟੂ ਮੀ, ਮੇਰੇ ਪਿਤਾ ਜੀ ਨੇ ਮੈਨੂੰ ਕਿਹਾ ਡੂ ਨਾਟ ਵੇਸਟ ਯੂਅਰ ਟਾਈਮ, ਆਪਣਾ ਸਮਾਂ ਬਰਬਾਦ ਨਾ ਕਰ। ਹੁਣ ਇਹ ਇੱਕ ਸਲਾਹ ਹੈਗੀ ਹੈ, ਸੋ ਸਲਾਹ ਵਾਸਤੇ ਅਸੀਂ ਵਰਤਦੇ ਹਾਂ ਐਡਵਾਈਸ। ਮਾਈ ਫਾਦਰ ਐਡਵਾਈਜ਼ਡ ਮੀ ਨਾਟ ਟੂ ਵੇਸਟ ਮਾਈ ਟਾਈਮ, ਮੇਰੇ ਪਿਤਾ ਜੀ ਨੇ ਮੈਨੂੰ ਮੇਰਾ ਸਮਾਂ ਨਾ ਬਰਬਾਦ ਕਰਨ ਦੀ ਸਲਾਹ ਦਿੱਤੀ। ਰਾਜੂ ਸੈਡ ਟੂ ਮੀ, ਰਾਜੂ ਨੇ ਮੈਨੂੰ ਕਿਹਾ ਪਲੀਜ਼ ਗਿਵ ਮੀ ਯੂਅਰ ਪੈਨ, ਉੱਥੇ ਪਲੀਜ਼ ਆ ਗਿਆ ਕਿਰਪਾ ਕਰਕੇ, ਸੋ ਇੱਥੇ ਬੇਨਤੀ ਹੈਗੀ ਹੈ। ਸੋ ਇੱਥੇ ਆ ਜਾਏਗਾ ਰਿਕੁਐਸਟ, ਸੈਡ ਦੀ ਜਗ੍ਹਾ ਰਿਕੁਐਸਟ ਬਣ ਜਾਏਗਾ। ਰਾਜੂ ਰਿਕੁਐਸਟਡ ਮੀ ਟੂ ਗਿਵ ਹਿਮ, ਉਹਨੇ ਕਹਿੰਦੇ ਗਿਵ ਮੀ, ਰਾਜੂ ਕਹਿ ਰਿਹਾ ਮੈਨੂੰ ਦਵੋ, ਸੋ ਰਾਜੂ ਬਣ ਜਾਏਗਾ ਹਿਮ। ਮਾਈ, ਯੂਅਰ ਦਾ ਬਣ ਜਾਏਗਾ ਮਾਈ, ਮਾਈ ਪੈਨ। ਰਾਜੂ ਨੇ ਮੈਨੂੰ ਮੇਰਾ ਪੈਨ ਉਹਨੂੰ ਦੇਣ ਲਈ ਬੇਨਤੀ ਕੀਤੀ। ਠੀਕ ਹੈ, ਸ਼ੀ ਸੈਡ ਟੂ ਹਰ ਸਿਸਟਰ, ਉਹਨੇ ਆਪਣੀ ਭੈਣ ਨੂੰ ਕਿਹਾ ਟੇਕ ਐਕਸਰਸਾਈਜ਼ ਰੈਗੂਲਰਲੀ, ਨੇਮ ਦੇ ਨਾਲ ਵਰਜਿਸ਼ ਕਰ। ਠੀਕ ਹੈ, ਹੁਣ ਇਹ ਵੀ ਇੱਕ ਸਲਾਹ ਹੈਗੀ ਹੈ। ਸੋ ਸ਼ੀ ਐਡਵਾਈਜ਼ਡ ਹਰ ਸਿਸਟਰ ਟੂ ਟੇਕ ਐਕਸਰਸਾਈਜ਼ ਰੈਗੂਲਰਲੀ। ਠੀਕ ਹੈ, ਇਹ ਸਾਰੇ ਬੱਚੇ ਆਪਣੇ ਆਪ ਕਰਨੇ ਪੈਣਗੇ, ਜਦ ਤੱਕ ਤੁਸੀਂ ਇਹ ਸਾਰੇ ਸੈਂਟੈਂਸਿਸ ਆਪਣੇ ਆਪ ਨਹੀਂ ਕਰੋਗੇ ਤਦ ਤੱਕ ਗੱਲ ਨਹੀਂ ਬਣੇਗੀ। ਔਰ ਜਿਵੇਂ ਜਿਵੇਂ ਤੁਸੀਂ ਸਾਰੇ ਇਹ ਕਰ ਲਓਗੇ ਬਿਨਾਂ ਦੇਖੇ, ਤੇ ਜਿਹੜੇ 2-3 ਵਾਰ ਕਰੋਗੇ ਤੁਹਾਡੇ ਦਿਮਾਗ 'ਚ ਪੱਕੇ ਤੌਰ ਤੇ ਪੈ ਜਾਣਗੀਆਂ ਗੱਲਾਂ। ਠੀਕ ਹੈ, ਮਾਈ ਮਦਰ ਸੈਡ, ਮੇਰੇ ਮਾਤਾ ਜੀ ਨੇ ਕਿਹਾ ਲੈਟਸ ਸਿਟ ਇਨ ਦੀ ਸਨ, ਆਓ ਧੁੱਪ ਵਿੱਚ ਬੈਠੀਏ। ਸਨ ਦਾ ਮਤਲਬ ਸੂਰਜ ਵੀ ਹੁੰਦਾ ਹੈ ਤੇ ਸਨ ਦਾ ਮਤਲਬ ਧੁੱਪ ਵੀ ਹੁੰਦਾ ਹੈ। ਠੀਕ ਹੈ, ਸੋ ਮਾਈ ਮਦਰ ਸਜੈਸਟਿਡ, ਸਜੈਸਟਿਡ ਮੈਨੇ ਉਹਨੇ ਵਿਚਾਰ ਦਿੱਤੀ, ਮੇਰੇ ਮਾਤਾ ਜੀ ਨੇ ਸਲਾਹ ਦਿੱਤੀ। ਮਾਈ ਮਦਰ ਸਜੈਸਟਿਡ ਦੈਟ ਵੀ ਸ਼ੁੱਡ ਸਿਟ ਇਨ ਦੀ ਸਨ, ਜਦੋਂ ਇਹਦਾ ਸਜੈਸਟਿਡ ਆਵੇ ਤੇ ਅਸੀਂ ਸ਼ੁੱਡ ਵਰਤਦੇ ਹਾਂ, ਜਾਂ ਪ੍ਰਪੋਜ਼ਡ ਆਵੇ ਤਾਂ ਅਸੀਂ ਸ਼ੁੱਡ ਵਰਤਦੇ ਹਾਂ।
ਇੱਥੇ ਪ੍ਰਪੋਜ਼ਡ ਸ਼ਬਦ ਠੀਕ ਨਹੀਂ ਲੱਗੇਗਾ, ਜਿੱਦਾਂ ਹੇਅਰ ਦੇ ਵਿੱਚ ਸੀਗਾ ਨਾ, ਦੀ ਹੇਅਰ ਪ੍ਰਪੋਜ਼ ਟੂ ਦੀ ਟੋਰਟਵਾਈਜ਼ ਦੈਟ ਦੇ ਸ਼ੁੱਡ ਰਨ ਅ ਰੇਸ, ਇੱਥੇ ਅਸੀਂ ਵਰਤਾਂਗੇ ਸਜੈਸਟਿਡ। ਮਾਈ ਮਦਰ ਸਜੈਸਟਿਡ ਦੈਟ ਵੀ ਸ਼ੁੱਡ ਸਿਟ ਇਨ ਦੀ ਸਨ। ਪਿਆਰੇ ਵਿਦਿਆਰਥੀਓ, ਅੱਗੇ ਵਧਣ ਤੋਂ ਪਹਿਲੇ ਮੈਂ ਦੱਸਦਾ, ਕਿਸੇ ਚੈਨਲ ਦੇ ਉੱਤੇ 10th ਕਲਾਸ ਦੀ 10th MCV ਪਲੇਲਿਸਟ ਵੀ ਹੈਗੀ ਹੈ, 10th ਇੰਗਲਿਸ਼ ਲਿਟਰੇਚਰ ਪਲੇਲਿਸਟ ਵੀ ਹੈਗੀ ਹੈ, 10th ਸਾਇੰਸ ਪਲੇਲਿਸਟ ਵੀ ਹੈ, 10th ਮੈਥ ਪਲੇਲਿਸਟ ਵੀ ਹੈ। ਸੋ ਤੁਸੀਂ ਉਹਨਾਂ ਵਿਸ਼ਿਆਂ ਦੇ ਵੀਡੀਓਜ਼ ਵੀ ਦੇਖ ਸਕਦੇ ਹੋ। ਅਗਲਾ ਆ ਗਿਆ ਲੀਵ ਦਿਸ ਰੂਮ, ਇਸ ਕਮਰੇ ਚੋਂ ਬਾਹਰ ਚਲੇ ਜਾਓ। ਲੀਵ ਦਿਸ ਰੂਮ ਨੇ ਕਮਰਾ ਛੱਡ ਦੋ, ਅਰਥਾਤ ਬਾਹਰ ਚਲੇ ਜਾਓ। ਸੈਟ ਦੀ ਟੀਚਰ ਟੂ ਦੀ ਬॉय, ਟੀਚਰ ਨੇ ਮੁੰਡੇ ਨੂੰ ਕਿਹਾ। ਦੀ ਟੀਚਰ ਆਰਡਰਡ ਦੀ ਬॉय ਟੂ ਲੀਵ ਦੈਟ ਰੂਮ, ਦਿਸ ਦਾ ਬਣ ਜਾਏਗਾ ਦੈਟ, ਠੀਕ ਹੈ। ਆਈ ਸੈਡ ਟੂ ਹਿਮ, ਮੈਂ ਉਹਨੂੰ ਕਿਹਾ ਪਲੀਜ਼ ਬੀ ਕੁਆਇਟ, ਕਿਰਪਾ ਕਰਕੇ ਚੁੱਪ ਦਾ ਦਾਨ ਬਖਸ਼ੋ। ਸੋ ਇੱਥੇ ਪਲੀਜ਼ ਹੈਗਾ, ਰਿਕੁਐਸਟ ਹੈਗਾ। ਸੋ ਆਈ ਰਿਕੁਐਸਟਡ ਹਿਮ ਟੂ ਬੀ ਕੁਆਇਟ, ਮੈਂ ਉਸਨੂੰ ਚੁੱਪ ਰਹਿਣ ਲਈ ਬੇਨਤੀ ਕੀਤੀ, ਜਾਂ ਮੈਂ ਉਸਨੂੰ ਚੁੱਪ ਦਾ ਦਾਨ ਦੇਣ ਲਈ ਬੇਨਤੀ ਕੀਤੀ, ਠੀਕ ਹੈ। ਅਗਲਾ ਆ ਗਿਆ ਐਕਸਰਸਾਈਜ਼ ਨੰਬਰ 6। ਕ੍ਰਿਸ਼ਨਾ ਸੈਡ ਲੈਟਸ ਡੂ ਅਵਰ ਡਿਊਟੀ ਐਂਡ ਨਾਟ ਰਨ ਅਵਰ ਦੀ ਰਿਵਾਰਡ। ਰਿਵਾਰਡ ਹੁੰਦਾ ਇਨਾਮ ਜਾਂ ਫਲ। ਕ੍ਰਿਸ਼ਨ ਨੇ ਕਿਹਾ ਵੀ ਆਪਣਾ ਅਸੀਂ ਫਰਜ਼ ਨਿਭਾਈਏ, ਲੈਟਸ ਡੂ ਅਵਰ ਡਿਊਟੀ, ਆਪਣਾ ਫਰਜ਼ ਨਿਭਾਈਏ, ਅਤੇ ਉਹਦਾ ਜੋ ਸਿੱਟਾ ਹੈ, ਉਹਦਾ ਜੋ ਇਨਾਮ ਹੈ, ਉਹਦਾ ਜੋ ਫਲ ਹੈ, ਉਹਦੇ ਮਗਰ ਨਾ ਭੱਜੀਏ। ਸੋ ਇਹਨੂੰ ਦੋ ਢੰਗ ਨਾਲ ਲਿਖ ਸਕਦੇ ਹਾਂ ਬੱਚਿਓ, ਇਹ ਉਪਦੇਸ਼ ਹੈਗਾ ਇੱਕ ਕਿਸਮ ਦਾ। ਸੋ ਅਸੀਂ ਸ਼ਬਦ ਵਰਤਾਂਗੇ ਪ੍ਰੀਚਡ। ਕ੍ਰਿਸ਼ਨਾ ਪ੍ਰੀਚਡ ਦੈਟ ਵੀ ਸ਼ੁੱਡ ਡੂ ਅਵਰ ਡਿਊਟੀ, ਲੈਟਸ ਡੂ ਅਵਰ ਡਿਊਟੀ ਦਾ ਬਣਿਆ ਦੈਟ ਵੀ ਸ਼ੁੱਡ ਡੂ ਅਵਰ ਡਿਊਟੀ ਐਂਡ ਨਾਟ ਰਨ ਆਫਟਰ ਦੀ ਰਿਵਾਰਡ, ਠੀਕ ਹੈ। ਪ੍ਰੀਚ ਦੀ ਜਗ੍ਹਾ ਤੁਸੀਂ ਸਰਮਨਾਈਜ਼ ਵੀ ਕਰ ਸਕਦੇ ਹੋ। ਸਰਮਨ ਹੁੰਦਾ ਹੈ ਉਪਦੇਸ਼, ਸਰਮਨਾਈਜ਼ ਉਪਦੇਸ਼ ਦੇਣਾ। ਸੋ ਪ੍ਰੀਚ ਮੈਨੇ ਪ੍ਰਚਾਰ ਕਰਨਾ, ਉਪਦੇਸ਼ ਦੇਣਾ। ਸੋ ਕ੍ਰਿਸ਼ਨਾ ਸਰਮਨਾਈਜ਼ ਦੈਟ ਵੀ ਸ਼ੁੱਡ ਡੂ ਅਵਰ ਡਿਊਟੀ ਐਂਡ ਨਾਟ ਰਨ ਆਫਟਰ ਦੀ ਰਿਵਾਰਡ। ਸੋ ਦੋਨਾਂ ਚੋਂ ਬੱਚੋ ਤੁਸੀਂ ਕੋਈ ਵੀ ਚੁਣ ਸਕਦੇ ਹੋ। ਮੈਂ ਜਾਣ ਕੇ ਦੋਨੋਂ ਲਿਖ ਦਿੱਤੇ ਤਾਂ ਕਿ ਤੁਹਾਡਾ ਸ਼ਬਦਾਂ ਦਾ ਭੰਡਾਰ ਵੀ ਵਧੇ। ਫਿਰ ਆ ਗਿਆ ਸ਼ੀ ਸੈਡ ਟੂ ਹਰ ਫਰੈਂਡ, ਉਹਨੇ ਆਪਣੇ ਦੋਸਤ, ਆਪਣੀ ਸਹੇਲੀ ਨੂੰ ਕਿਹਾ ਮੈਰੀ ਹਿਮ, ਉਹਨਾਂ ਵਿਆਹ ਕਰ ਲੈ, ਐਂਡ ਬੀ ਹੈਪੀ ਇਨ ਲਾਈਫ, ਅਤੇ ਜ਼ਿੰਦਗੀ 'ਚ ਖੁਸ਼ ਰਹਿ। ਸੋ ਐਡਵਾਈਸ ਵੀ ਹੋ ਸਕਦੀ ਹੈ। ਸ਼ੀ ਐਡਵਾਈਜ਼ਡ ਹਰ ਫਰੈਂਡ ਟੂ ਮੈਰੀ ਹਿਮ ਐਂਡ ਬੀ ਹੈਪੀ ਇਨ ਲਾਈਫ। ਸੋ ਇਹਦੇ ਟੂ ਮੈਰੀ ਕਰਕੇ ਸਾਰਾ ਬਾਕੀ ਸੇਮ ਰਹੇਗਾ, ਕੁਛ ਨਹੀਂ ਫਰਕ ਪਏਗਾ। ਇਹ ਸਲਾਹ ਵੀ ਹੋ ਸਕਦੀ ਹੈ, ਤੇ ਇੱਕ ਕਿਸਮ ਦੀ ਮਤਲਬ ਕਿ ਹੱਲਾਸ਼ੇਰੀ ਵੀ ਹੋ ਸਕਦੀ ਹੈ। ਸੋ ਹੱਲਾਸ਼ੇਰੀ ਜੇ ਹੋਵੇ ਤਾਂ ਅਸੀਂ ਸ਼ੀ ਅਰਜਡ ਹਰ ਫਰੈਂਡ ਟੂ ਮੈਰੀ ਹਿਮ ਐਂਡ ਬੀ ਹੈਪੀ ਇਨ ਲਾਈਫ। ਸੋ ਐਡਵਾਈਸ ਵੀ ਲਿਖ ਸਕਦੇ ਹਾਂ, ਅਰਜਡ ਵੀ ਲਿਖ ਸਕਦੇ ਹਾਂ, ਸਿੰਪਲੀ ਆਸਕਡ ਵੀ ਲਿਖ ਸਕਦੇ ਹਾਂ, ਸਿੰਪਲੀ ਟੋਲਡ ਵੀ ਲਿਖ ਸਕਦੇ ਹਾਂ। ਹੁਣ ਇਹ ਨਹੀਂ ਪਤਾ ਉਹ ਜਿਹੜਾ ਸ਼ੀ ਦੋਨੋਂ ਹੈਗੇ ਨੇ ਉਹਨਾਂ ਦਾ ਆਪਸ ਵਿੱਚ ਕਿੰਨਾ ਸੰਬੰਧ ਹੈ, ਕਿੰਨੀ ਕੁ ਉਹਨਾਂ 'ਚ ਮਤਲਬ ਕਿ ਫਾਰਮੈਲਿਟੀ ਹੈ, ਕਿੰਨੀ ਨਹੀਂ ਹੈਗੀ, ਕਿੰਨੇ ਕਲੋਜ਼ ਹੈਗੇ ਨੇ। ਸੋ ਐਡਵਾਈਜ਼ਡ, ਅਰਜਡ, ਟੋਲਡ, ਆਸਕਡ, ਕੋਈ ਵੀ ਵਰਬ ਵਰਤੀ ਜਾ ਸਕਦੀ ਹੈ। ਗੋਬਿੰਦ ਸੈਡ ਟੂ ਹਿਜ਼ ਫਾਲੋਅਰਸ, ਗੋਬਿੰਦ ਨੇ ਆਪਣੇ ਮੁਰੀਦਾਂ ਨੂੰ ਕਿਹਾ, ਆਪਣੇ ਚੇਲਿਆਂ ਨੂੰ ਕਿਹਾ ਥਰੋ ਦੀ ਐਨੀਮੀਜ਼ ਆਊਟ, ਦੁਸ਼ਮਣਾਂ ਨੂੰ ਬਾਹਰ ਚੱਕ ਕੇ ਮਾਰੋ। ਸੋ ਗੋਬਿੰਦ ਇਨਕਰੇਜਡ, ਮਤਲਬ ਹੱਲਾਸ਼ੇਰੀ ਦਿੱਤੀ, ਠੀਕ ਹੈ, ਹੌਸਲਾ ਦਿੱਤਾ। ਇਨਕਰੇਜਡ ਹਿਜ਼ ਫਾਲੋਅਰਸ ਟੂ ਥਰੋ ਦੀ ਐਨੀਮੀਜ਼ ਆਊਟ। ਸੋ ਇੱਥੇ ਥਰੋ ਦੇ ਪਹਿਲੇ ਟੂ ਲੱਗ ਜਾਏਗਾ, ਠੀਕ ਹੈ। ਜ਼ਿਆਦਾਤਰ ਬੱਚੇ ਇੰਪੈਰੇਟਿਵ ਸੈਂਟੈਂਸਿਸ ਇੱਦਾਂ ਹੀ ਹੈ, ਜੋ ਵਰਬ ਹੈਗੀ ਹੈ ਨਾ ਉਹਦੇ ਮੋਰੇ ਇਨਫਿਨਿਟਿਵ ਟੂ ਲੱਗ ਜਾਂਦਾ ਹੈ। ਸੋ ਥਰੋ ਦਾ ਬਣ ਜਾਏਗਾ ਟੂ ਥਰੋ, ਮੈਰੀ ਦਾ ਬਣ ਗਿਆ ਟੂ ਮੈਰੀ, ਟੂ ਮੈਰੀ। ਜ਼ਿਆਦਾਤਰ ਇਸ ਤਰ੍ਹਾਂ ਹੋਏਗਾ ਇੰਪੈਰੇਟਿਵ ਸੈਂਟੈਂਸਿਸ ਵਿੱਚ। ਹੁਣ ਦੇਖੋ ਇੱਥੇ ਵੀ ਅਵॉइड ਹੈਗਾ ਤੇ ਇੱਥੇ ਟੂ ਆ ਗਿਆ, ਠੀਕ ਹੈ। ਇੱਥੇ ਬ੍ਰਿੰਗ ਸੀਗਾ, ਸੋ ਇਹਦੇ ਟੂ ਬ੍ਰਿੰਗ ਬਣ ਗਿਆ, ਠੀਕ ਹੈ। ਸੋ ਇਹ ਚੀਜ਼ਾਂ ਇਹਦੇ ਵਿੱਚ ਬੜੀਆਂ, ਇਹਦੇ ਸ਼ੋ ਹੈਗਾ ਤੇ ਇੱਥੇ ਟੂ ਸ਼ੋ ਬਣ ਜਾਏਗਾ। ਇੰਪੈਰੇਟਿਵ ਸੈਂਟੈਂਸਿਸ ਵਿੱਚ ਇਸ ਤਰ੍ਹਾਂ ਹੈ। ਮਾਈ ਫਾਦਰ ਸੈਡ ਟੂ ਮੀ ਅਵॉइड ਬੈਡ ਕੰਪਨੀ, ਬੈਡ ਕੰਪਨੀ ਦਾ ਮਤਲਬ ਮਾੜੀ ਸੰਗਤ, ਅਵॉइड ਮਾਨੇ ਬਚੋ। ਮਾਈ ਫਾਦਰ ਸੈਡ ਟੂ ਮੀ, ਮੇਰੇ ਪਿਤਾ ਜੀ ਨੇ ਮੈਨੂੰ ਕਿਹਾ ਮਾੜੀ ਸੰਗਤ ਤੋਂ ਬਚ। ਸੋ ਇਹ ਵੀ ਸਲਾਹ ਹੈਗੀ ਹੈ, ਵੱਡੇ ਛੋਟਿਆਂ ਨੂੰ ਸਲਾਹ ਦਿੰਦੇ ਨੇ। ਮਾਈ ਫਾਦਰ ਐਡਵਾਈਜ਼ਡ ਮੀ टू, इतने अवॉइड टू लग जाए, टू अवॉइड बैड कंपनी। कंपनी मैंने संगत, बैड कंपनी मैंने माड़ी संगत, ठीक है। माई फादर सेड टू माई मदर, मेरे पिताजी ने मेरे माता जी ने कहा ब्रिंग मी अ कप ऑफ टी, मेरे लिए एक कप चाह का लैके आओ। सो ये सिंपल है। माई फादर आस्क्ड माई मदर, सेड टू माई मदर का बन जाएगा आस्क्ड माई मदर, टू ब्रिंग मी का बन जाएगा हिम, क्योंकि फादर वास्ते हिम आएगा, अ कप ऑफ टी। सो ब्रिंग तो पहले बन जाएगा टू ब्रिंग, ठीक है। ही सैड टू मी, उन्हें मैनू क्या लैट्स गो टू शिमला, उन्हें मैनू क्या चल शिमला चलिए। सो ए बन जाएगा ही प्रपोज्ड दैट वी शुड गो टू शिमला। हुण इत्थे मैं प्रपोज टू मी नहीं लिखिया बच्चों, लिखण दी लोड़ नहीं, क्यों नहीं कहना लैट्स गो टू शिमला असी। सो मैं उहदे विच इनकलूड हो गया, मैनू उहदे विच ऑलरेडी लै लिया गया। सो ही प्रपोज्ड दैट, उन्हें यह प्रस्ताव रखिया कि वी शुड गो टू शिमला, सानू शिमला जाना चाहिए है। दी ऑफिसर सेड टू द क्लर्क, अफसर ने क्लर्क नू कहा शो मी ऑल द रिकॉर्ड्स,
मैनू सारियां फाइलां सारे रिकॉर्ड दिखाओ। सो यह ऑर्डर है, द ऑफिसर ऑर्डर्ड द क्लर्क, ते टू मी का बन जाएगा हिम क्योंकि ऑफिसर है, ठीक है, ऑफिसर वास्ते हिम वरत्या गया, टू शो हिम ऑल दी रिकॉर्ड्स। आगे चलिए। सीता सेड टू राम, सीता ने राम ਨੂੰ ਕਿਹਾ लेट लक्ष्मण डू वट ही वांट्स, अर्थात जो लक्ष्मण करना चाहता है उन्होंने कर लैन दो। सो इन्हू दो तरीके ਨਾਲ लिख सकते हैं। सीता सजेस्टेड टू राम, सीता ने राम ਨੂੰ ਇਹ सलाह ਦਿੱਤੀ that लक्ष्मण माइट बी अलाउड टू डू वट ही वांटेड, कि लक्ष्मण ਨੂੰ जो करना चाहता है उन्होंने कर लैन देन की इजाजत दे दी जाए, ठीक है। ਜਾਂ ਫਿਰ ਇਸ ਤਰ੍ਹਾਂ भी कह सकते हैं, सीता आस्क्ड राम टू लेट लक्ष्मण डू वट ही वांटेड, सीता आश्राम सेट टू का बन जाएगा आश्राम, लेट तो पहले टू लग जाएगा, टू लेट लक्ष्मण डू वट ही वांट्स का बन जाएगा वांटेड, क्यों, क्योंकि सेट जो पास्ट टेंस है, सो वांट्स का बन जाएगा वांटेड, बाकी सारा वही है, ठीक है, वांटेड, ठीक है, सॉरी इतने वांटेड सेकंड विच इतने वांटेड आएगा, इतने वांटेड आएगा, क्यों, क्योंकि यह सेट सेकंड फॉर्म है, सो वांट्स जो प्रेजेंट टेंस है फर्स्ट फॉर्म है, इसका भी वांटेड बन जाएगा, ठीक है। सो प्रेजेंट टेंस गेट्स कन्वर्टेड टू past tense when the reporting verb is in the past tense. Kabir said to him, कबीर ने उन्हें क्या, continue to worship God till there is life, ਜਦੋਂ तक जान च जान है, ਜਦੋਂ तक आखिरी साह है, रब दी बंदगी जारी रखो। सो इसे कैसे, कबीर इंस्पायर्ड हिम, इंस्पायर मैंने प्रेरणा दी, टू कंटिन्यू, कबीर इंस्पायर्ड हिम, सेट टू दा बन जाएगा इंस्पायर्ड हिम, सिंपली आस्क्ड हिम भी कह सकते हो, प्रीच टू हिम भी कह सकते हो, सरमनाइज्ड भी कह सकते हो, जिवें असीं पहले वरत्या सी। सो कबीर इंस्पायर्ड हिम टू कंटिन्यू टू वर्शिप टिल देयर वाज लाइफ, इस दा बन जाएगा वाज, ठीक है। स्टैंड अप ऑन दी बेंचेस, अर्थात बेंचां ते खड़े हो जाओ। आई सेड टू द चिल्ड्रन, मैं बच्चों को क्या है, सो हुक्म है। आई ऑर्डर्ड दी चिल्ड्रन टू स्टैंड अप ऑन दी बेंचेस। सो ऐसी प्यारे विद्यार्थियों तुहाडियां एक्सरसाइजिज 5 एंड 6 तो तुसीं इसी तरह नेम नाल अनुशासन नाल अपनी पढ़ाई करी चलो, ते अगले वीडियो तक लई गुड बाय। तुहाडा सारिआं दा बहुत बहुत धन्नवाद, रब रखा, थैंक यू वेरी मच।